ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਗੁਰਬਾਣੀ ਵੀ ਕਹਿੰਦੀ ਹੈ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ, ਜੋ ਅਨਾਜ ਸਾਡੇ ਸਰੀਰ ਦੀ ਭੁੱਖ ਮਿਟਾਉਂਦਾ ਹੈ। ਇਸੇ ਤਰ੍ਹਾਂ ਹੀ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਸ਼ਖਸੀਅਤ ਨਾਲ ਕਰਾਵਾਂਗੇ ਜਿਨ੍ਹਾਂ ਨੇ ਗੁਰਸ਼ਬਦ ਦਾ ਲੰਗਰ, ਜੋ ਗੁਰੂ ਸਾਹਿਬ ਨੇ ਸਾਡੀ ਆਤਮਾ ਦੀ ਭੁੱਖ ਮਿਟਾਉਣ ਲਈ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਦਿੱਤਾ, ਉਸ ਫਿਲਾਸਫੀ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਜੋ ਲਿਟਰੇਚਰ ਦਾ ਲੰਗਰ ਹੈ ਜਿਨ੍ਹਾਂ ਨੇ ਲਗਾਇਆ ਹੈ। ਮੇਰੀ ਮੁਰਾਦ ਸਰਦਾਰ ਸਰੂਪ ਸਿੰਘ ਅਲੱਗ ਦੇ ਨਾਲ ਹੈ, ਜਿਨ੍ਹਾਂ ਨੇ ਆਪਣੀਆਂ 100 ਤੋਂ ਉੱਤੇ ਕਿਤਾਬਾਂ ਜੋ ਲਿਖੀਆਂ ਹਨ ਅਤੇ ਸਾਰੀ ਦੁਨੀਆ ਦੇ ਵਿੱਚ ਵਰਲਡ ਕਲਾਸ ਕੁਆਲਿਟੀ ਦੇ ਵਿੱਚ ਪ੍ਰਿੰਟ ਕਰਾ ਕੇ ਮੁਫਤ ਵੰਡੀਆਂ ਹਨ, ਜਿਨ੍ਹਾਂ ਦਾ ਕਿਤਾਬਾਂ ਦਾ ਲੰਗਰ ਲਗਾਇਆ ਹੈ ਤੇ ਘਰ ਘਰ ਤੱਕ ਇਹ ਲਿਟਰੇਚਰ ਪਹੁੰਚਾਇਆ ਹੈ। ਆਪ ਸਭ ਦਾ ਇਹਨਾਂ ਦੇ ਨਾਲ ਇਹਨਾਂ ਦੇ ਬੇਟੇ ਸਰਦਾਰ ਸੁਖਿੰਦਰਪਾਲ ਸਿੰਘ ਜੀ ਤੇ ਡਾਕਟਰ ਰਮਿੰਦਰਦੀਪ ਸਿੰਘ ਜੀ ਵੀ ਸਾਡੇ ਸਟੂਡੀਓ 'ਚ ਆਏ ਹਨ। ਆਪ ਸਭ ਦਾ ਚੜ੍ਹਦੀ ਕਲਾ ਟਾਈਮ ਟੀਵੀ ਸਟੂਡੀਓ 'ਚ ਆਉਣ ਤੇ ਨਿੱਘਾ ਸਵਾਗਤ ਹੈ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਸੀਂ ਬੜਾ ਚਿਰ ਪੰਜਾਬ ਸਰਕਾਰ ਦੇ ਬਤੌਰ ਅਫਸਰ ਤੇ ਬਤੌਰ ਕਈ ਅੱਛੇ ਅਹੁਦਿਆਂ ਦੇ ਉੱਤੇ ਤੁਸੀਂ ਸੇਵਾ ਨਿਭਾਈ ਹੈ। ਜੀ ਜੀ। ਤੇ ਜੀਵਨ ਕਾਲ ਦੇ ਵਿੱਚ ਉਹ ਸੇਵਾ ਕਰਦਿਆਂ ਤੁਸੀਂ ਨਾਲ ਆਪਣੀ ਦੁਨਿਆਵੀ ਪੜ੍ਹਾਈ ਵੀ ਪੂਰੀ ਕੀਤੀ ਹੈ। ਇਹ ਸ਼ੌਂਕ ਕਿਵੇਂ ਪੈਦਾ ਹੋਇਆ ਵੀ ਹਾਂਜੀ ਜਿਹੜਾ ਲਿਟਰੇਚਰ ਹੈ ਉਹ ਅਸੀਂ ਘਰ ਘਰ ਤੱਕ ਮੁਫਤ ਵੰਡੀਏ? ਜਿੱਥੇ ਤੁਸੀਂ ਇਸ ਗੱਲ ਕੀਤੀ ਹੈ ਵੀ ਇਹ ਸ਼ੌਕ ਕਿਵੇਂ ਉੱਠਿਆ, ਇਹ ਗੱਲ ਠੀਕ ਹੈ ਕਿ ਸ਼ੌਕ ਨਾਲ ਜਿਹੜਾ ਕੰਮ ਕੀਤਾ ਜਾਂਦਾ ਹੈ ਉਸ ਵਿੱਚ ਸਭ ਕੁਆਲਿਟੀਜ਼ ਹੁੰਦੀਆਂ ਜੀ, ਤੇ ਜਿਹੜਾ ਮਜਬੂਰੀ 'ਚ ਜਾਂ ਡਿਊਟੀ ਸਮਝ ਕੇ ਕੀਤਾ ਜਾਂਦਾ ਉਹਦੇ ਵਿੱਚ ਸਿਰਫ ਜ਼ਿੰਮੇਵਾਰੀ ਤੋਂ ਬਚਣ ਦੀ ਗੱਲ ਹੀ ਹੁੰਦੀ ਹੈ ਵੀ ਮੇਰੀ ਜ਼ਿੰਮੇਵਾਰੀ ਭੁੱਲ ਜਾਏ ਬਸ, ਬਾਕੀ ਠੀਕ ਹੈ। ਔਰ ਮੈਂ ਇੰਗਲੈਂਡ ਅੱਜ ਤੋਂ ਤਕਰੀਬਨ 45 ਸਾਲ ਪਹਿਲੇ ਪੜ੍ਹਨ ਵਾਸਤੇ ਗਿਆ, ਔਰ ਉੱਥੇ ਜਾ ਕੇ ਮੈਂ ਦੇਖਿਆ ਕਿ ਮੈਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਦੋਂ ਆਪਣੀ ਪੜ੍ਹਾਈ ਦੇ ਸਿਲਸਿਲੇ ਸਾਰੇ ਯੂਰਪ 'ਚ ਗਿਆ ਜੀ, ਮੈਂ ਜਿੱਥੇ ਵੀ ਹਵਾਈ ਜਹਾਜ਼ 'ਚ ਗਿਆ ਮੈਨੂੰ ਕ੍ਰਿਸਚੀਅਨਟੀ ਦਾ ਲਿਟਰੇਚਰ ਮਿਲਿਆ। ਜੇ ਮੈਂ ਹੋਟਲ 'ਚ ਗਿਆ ਉੱਥੇ ਮੈਨੂੰ ਸਵੇਰੇ ਬਾਈਬਲ ਉੱਥੇ ਟੇਬਲ 'ਤੇ ਪਈ ਦਿਸੀ ਜੀ, ਔਰ ਸੜਕ 'ਤੇ ਵੀ ਮੈਨੂੰ ਲਿਟਰੇਚਰ ਉਸ ਵਕਤ ਸਿਰਫ ਕ੍ਰਿਸਚੀਅਨਟੀ ਦਾ ਮਿਲਦਾ ਸੀ। ਤਾਂ ਮੈਂ ਸੋਚਦਾ ਸਾਂ ਕਿ ਇਹ ਕਿਤਨੇ ਸ਼ਕਤੀਸ਼ਾਲੀ ਇਨਸਾਨ ਕਿ ਇਹ ਮਹਿਸੂਸ ਕਰਦੇ ਨੇ ਕਿ ਜਦ ਤੱਕ ਇਹ ਲਿਟਰੇਚਰ ਦੁਨੀਆ ਦੇ ਹੱਥੋਂ 'ਚ ਨਹੀਂ ਜਾਏਗਾ ਸਾਡੀ ਗੱਲ ਕਿਵੇਂ ਲੋਕਾਂ ਨੂੰ ਪਤਾ ਲੱਗੇਗੀ ਜੀ। ਔਰ ਇਹ ਇਤਨੇ ਅਲਰਟ ਨੇ ਕਿ 200 ਕਰੋੜ ਦੁਨੀਆ ਇਹਨਾਂ ਦਾ ਲਿਟਰੇਚਰ ਪੜ੍ਹ ਕੇ ਇਹਨਾਂ ਦਾ ਸਤਿਕਾਰ ਕਰਦੀ ਹੈ, ਇਹਨਾਂ ਦੇ ਧਰਮ ਨੂੰ ਜਾਣਦੀ ਹੈ। ਔਰ ਸਾਡਾ ਧਰਮ ਤਾਂ ਬਹੁਤ ਨਵੀਨ ਧਰਮ ਹੈ, ਬੜਾ ਖੂਬਸੂਰਤ ਧਰਮ ਹੈ। ਉਸ ਦੀਆਂ ਤੇ ਰਹੁ ਰੀਤੀਆਂ ਰਿਵਾਜ ਔਰ 10 ਗੁਰੂ ਸਾਹਿਬਾਨ ਦੀ ਜੋ ਸਾਨੂੰ ਦੇਣ 239 ਸਾਲ ਦੀ ਘਾਲਣਾ ਹੈ, ਔਰ ਸੱਚ ਦਾ, ਨੇਕੀ ਦਾ, ਪਿਆਰ ਦਾ, ਹਮਦਰਦੀ ਦਾ, ਸੇਵਾ ਦਾ, ਸਿਮਰਨ ਦਾ, ਸਰਬੱਤ ਦੇ ਭਲੇ ਦਾ, ਵੰਡ ਛਕਣ ਦਾ ਜੋ ਪੈਗਾਮ 10 ਗੁਰੂ ਸਾਹਿਬਾਨ ਨੇ ਔਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦਿੱਤਾ, ਉਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਕਿਤੇ ਦਿਸਦਾ, ਕਿਸੇ ਪਾਸੇ ਨਹੀਂ ਦਿਸਦਾ। ਤਾਂ ਫਿਰ ਜੇ ਅਸੀਂ ਚੁੱਪ ਕਰਕੇ ਬੈਠੇ ਹਾਂ ਤਾਂ ਇਸ ਮਤਲਬ ਅਸੀਂ ਦੁਨੀਆ ਦੇ ਹਾਣੀ ਹੋ ਹੀ ਨਹੀਂ ਸਕਦੇ। ਔਰ ਜੇ ਅਸੀਂ ਨਹੀਂ ਹੋ ਸਕਦੇ ਤਾਂ ਅਸੀਂ ਗੁਆਚੇ ਰਹਾਂਗੇ, ਕੋਈ ਸਾਨੂੰ ਕੁਛ ਸਮਝੇਗਾ, ਕੋਈ ਸਾਨੂੰ ਕੋਈ ਸਮਝੇਗਾ, ਕੋਈ ਸਾਨੂੰ ਹੋਰ ਸਮਝੇਗਾ। ਇਸ ਵਾਸਤੇ ਮੇਰੇ ਮਨ 'ਚ ਉਸ ਵਕਤ ਜਿਸ ਵਕਤ ਮੈਂ ਤੁਹਾਡੀ ਉਮਰ ਦਾ ਸੀ, ਮੈਨੂੰ ਪਤਾ ਤੁਸੀਂ ਵੀ ਅਮਰੀਕਾ ਪੜ੍ਹ ਕੇ ਆਏ, ਮੈਂ ਤੁਹਾਡੇ ਨਾਲ ਉੱਥੇ ਮੇਲ ਵੀ ਮੇਰਾ ਹੋਇਆ, ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਆਪਣੇ ਦਿਨ ਯਾਦ ਆ ਗਏ ਕਿ ਮੈਂ ਵੀ ਕਿਸੇ ਵਕਤ ਇਸ ਤਰ੍ਹਾਂ ਤੁਹਾਡੇ ਵਾਂਗ ਉੱਥੇ ਬਾਹਰ ਪੜ੍ਹਦਾ ਸੀ। ਤਾਂ ਮੈਂ ਉਸ ਵਕਤ ਇਹ ਮਹਿਸੂਸ ਕੀਤਾ ਕਿ ਜੇ ਸਾਡੀ ਕੌਮ ਨੇ ਇੰਟਰਨੈਸ਼ਨਲ ਪੱਧਰ 'ਤੇ ਸ਼ਕਤੀ ਹਾਸਲ ਕਰਨੀ ਹੈ, ਆਪਣੀ ਹੋਂਦ ਹਾਸਲ ਕਰਨੀ ਹੈ, ਆਪਣਾ ਅਹਿਸਾਸ ਪ੍ਰਗਟਾਉਣਾ ਹੈ, ਆਪਣੇ ਗੁਰੂ ਸਾਹਿਬਾਨ ਦੀ ਜੋ ਕੁਰਬਾਨੀਆਂ ਜਫਰ ਜਾਲਗਤ ਗੁਰੂ ਸਾਹਿਬਾਨ ਨੇ ਆਪਣੀਆਂ ਸ਼ਹੀਦਾਂ ਦੇ ਕੇ ਸਾਨੂੰ ਸਿੱਖੀ 'ਚ ਪਰਪੱਕ ਕੀਤਾ, ਕਿੱਡੀ ਵੱਡੀ ਗੱਲ ਸੀ। ਬਿਲਕੁਲ। ਅਤੇ ਇਹ ਅਸੀਂ ਜਦ ਤੱਕ ਦੁਨੀਆ ਨੂੰ ਨਹੀਂ ਦੱਸ ਸਕਾਂਗੇ ਅਸੀਂ ਨਾ ਤਾਂ ਚੰਗੇ ਵਾਰਸ ਹੋ ਸਕਦੇ ਹਾਂ ਅਤੇ ਨਾ ਹੀ ਚੰਗੇ ਸ਼ਿਸ਼ ਹੋ ਸਕਦੇ ਹਾਂ। ਇਸ ਵਾਸਤੇ ਮੇਰੇ ਮਨ 'ਚ ਉਸ ਵਕਤ ਇਹ ਤੰਗ ਪੈਦਾ ਹੋ ਗਈ ਕਿ ਆਪਣੇ ਵਾਸਤੇ ਜੀਣਾ ਤਾਂ ਹਰ ਬੰਦਾ ਜੀਂਦਾ, ਅਤੇ ਜੇ ਤੁਸੀਂ ਕੌਮ ਵਾਸਤੇ, ਮਨੁੱਖਤਾ ਵਾਸਤੇ ਕੁਝ ਕਰ ਸਕੋ ਤਾਂ ਫਿਰ ਉਸ ਜੀਣ ਦੀ ਜਿਹੜੀ ਕਦਰ ਹੈ ਔਰ ਸਵਾਦ ਹੈ ਉਹ ਵੱਖਰਾ ਹੈ। ਇਸ ਗੱਲ ਨੂੰ ਉਸ ਉਮਰ 'ਚ ਗੰਢ ਮਾਰ ਕੇ ਲੈ ਕੇ ਮੈਂ ਜਦੋਂ ਇੰਡੀਆ ਆਇਆ तो मेरे अंदर एक बिल्कुल तब्दीली आ गई। जिससे तुसीं कहा मेरे उस वक्त बहुत वड्डी पोस्ट सी, मैं डायरैक्टर सी, मेरे को सारी ठाठ बाट सी सरकारी
लेकिन मैं उस सारी का त्याग करके 1/3 तनख्वाह तो मैं अपना गुजारा करना शुरू करता और एक झोंपड़ी टाइप घर च रहना शुरू करता। तो जो कुछ मेरे को बचता सी वो मैं ਇਹੋ ਜਿਹੀਆਂ किताबां उस छोटी छोटी छपवा के एक चाह पूरा करता। कदे दुखनारायण गुरुद्वारा साहब जब वंडा होंदा, कदे अंबाले जाके वंडा होंदा, कदे दिल्ली जाके वंडा होंदा। और मैं समझदा कि चलो कुछ तो शुरू है, एक चाह तो शुरू है। लेकिन मैनू ज्यों ज्यों मेरा शौक बढ़ता गया मैनू सलाह देने वाले भी निकलते गए बई ये काम सौखा नहीं है, ये तो SGPC भी नहीं कर सकती, ये तो वड्डियां वड्डियां एजेंसियां भी नहीं कर सकती, क्योंकि किताब छपन बहुत खर्चा होता है। और इस किताब तकरीबन 150 रुपया साडा कास्ट करती है। इस 32 फोटोआं डीलक्स किस्म दियां और असी इस दे 142 एडिशन इस हालत छाप के बिल्कुल तैयार करके वंड रहे हैं, कट्ठे वंड रहे हैं। ये अपने आप च बहुत वड्डी एक किताब है। तो असी 100 किस्म की किताबां लिखियां वर्ल्ड क्लास प्रिंटिंग, वर्ल्ड क्लास। जिसने साडी किताब अमेरिका, तुहानूं तो पता ही है, अमेरिका की यूनिवर्सिटी या लाइब्रेरी कोई किताब जब तक कोई 5 स्टार की किताब ना होए वो लाइब्रेरी दाखिल नहीं हो सकती। और साडी किताबां नूं उन्होंने 7 स्टार का लेबल दिता है। मैं समझदा भी साडे वास्ते एक बड़े बड़े माण की गल है कि जिहड़ियां फ्री किताबां उन्होंने 7 स्टार का लेबल अमेरिकन स्टेटस ने दिता है। गुरु की सेवा साडे वास्ते प्रमुख है और सानूं बहुत खुशी है और बड़ा आनंद है। तां ही असी इस किताब के जिहड़े तुहानूं दस्सिया भी असी 31 दसंबर तक असी अरदास की है कि अकाल तख्त ये पंजाबी के 151 एडिशन और इंग्लिश के 51 एडिशन असी छाप के असी उत्थे कट्ठे रिलीज़ कराने। एक वर्ल्ड इतिहास होएगा। इन्हां एडिशनां च की फर्क है? एडिशनां च फर्क हरमंदर दर्शन ये फर्ज कर लो ਇਹਦਾ सारा खर्चा अगर तुसी करदा है तो ये असी एक एडिशन तुहाडे नाम थल्ले छापदा है। भी संगत काम ते ना भी संगत जो स्पॉन्सर कर रही है, अगला किसी होर ने कीता तो असी ਉਹਦੇ ਨਾਂ ਤੇ छापदा है। पर ਇਹਦੇ ਵਿੱਚ ਇਹ ਜ਼ਰੂਰ ਹੈ ਕਿ ਹਰ ਐਡੀਸ਼ਨ ਵਿੱਚ ਦੂਜੇ ਨਾਲੋਂ ਕੁਝ ਨਾ ਕੁਝ ਫਰਕ ਹੋਏਗਾ, ਕਿਉਂਕਿ ਹਰਮੰਦਰ ਸਾਹਿਬ 'ਚ ਕੋਈ ਨਾ ਕੋਈ ਗੱਲ ਰੋਜ਼ ਵਾਪਰਦੀ ਹੈ, ਚੰਗੀ ਤੋਂ ਚੰਗੀ ਵਾਪਰਦੀ ਹੈ। ਔਰ ਇਸ ਨੂੰ ਲੋਕੀ ਕਹਿੰਦੇ ਵੀ ਇਹ ਤਾਂ ਹਰਮੰਦਰ ਸਾਹਿਬ ਦੀ ਦਾਸੀ ਹੈ, ਇਹ ਤਾਂ ਹਰਮੰਦਰ ਸਾਹਿਬ ਦੀ ਡਾਇਰੀ ਹੈ। ਜੋ ਕੁਝ ਹਰਮੰਦਰ ਸਾਹਿਬ 'ਚ ਹਰ ਰੋਜ਼ ਹੁੰਦਾ ਹੈ ਉਸ ਦਾ ਸ਼ੀਸ਼ਾ ਹੈ, ਉਹ ਤੁਸੀਂ ਇਸ ਵਿੱਚ ਪੜ੍ਹ ਸਕਦੇ ਹੋ, ਦੇਖ ਸਕਦੇ ਹੋ। ਮੈਂ ਕਹਿ ਰਿਹਾ ਇੱਕ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਨਮੂਨਾ ਦਿਖਾ ਰਹੇ ਵੀ ਕਿ ਹਰਮੰਦਰ ਦਰਸ਼ਨ ਕਿਤਾਬ ਹੈ ਜਿਹਦੇ ਇੰਨੇ ਟਾਈਟਲ ਛਪ ਚੁੱਕੇ ਹਨ, ਇੰਨੇ ਐਡੀਸ਼ਨ ਹੋ ਚੁੱਕੇ ਹਨ। ਇਹ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਆ ਚੁੱਕੀ ਹੈ? ਇਹ ਅੰਗਰੇਜ਼ੀ 'ਚ ਵੀ ਹੈ, ਪੰਜਾਬੀ 'ਚ ਵੀ ਹੈ, ਹਿੰਦੀ 'ਚ ਵੀ ਹੈ, ਗੁਜਰਾਤੀ 'ਚ ਵੀ ਅਸੀਂ ਕਰ ਰਹੇ ਹਾਂ ਔਰ ਇਹਦੇ ਕੁਛ ਹਿੱਸਾ ਇਟਾਲੀਅਨ 'ਚ ਵੀ ਹੋ ਰਿਹਾ। ਵਾਹ ਜੀ ਵਾਹ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੇਨ ਟਾਈਟਲ ਹਨ ਜਿਹੜੇ ਆ ਚੁੱਕੇ ਹਨ ਤੇ ਸੰਗਤ ਦੇ ਵਿੱਚ ਮਕਬੂਲ ਹੋਏ ਨੇ, ਸੰਗਤ ਨੇ ਬਹੁਤ ਪਸੰਦ ਦੇਖੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮਕਬੂਲੀਅਤ ਦੀ ਜਿੱਥੇ ਗੱਲ ਹੈ ਮੈਂ ਸੰਗਤ ਦਾ ਆਭਾਰੀ ਹਾਂ, ਧੰਨਵਾਦੀ ਹਾਂ कि उन्होंने साड़ी हर किताब को इतना सलाया, इतना पसंद किया। उसका कारण है कि वह किताबां सच ते आधारित, सरबत के भले ते आधारित, उस कोई नफरत की गल असी नहीं कदे की, उस असी चढ़ती कला की गल की, उस सरलता की गल की, उसकी भाषा बड़ी सलीके की रखी है, मिठास वाली रखी है। किताबां तो एक बार फिर बाद चों आवांगे, तुसीं हुणे परिवार की गल कर रहे सी। गुरबाणी च आंदा है घर सुख वसिया बाहर सुख पाया, कोह नानक गुरमंत्र दृढ़ाया। ते एवरी सक्सेसफुल मैन हैज अ वुमन बिहाइंड हिम। पिछले 20-25 साल 50 दफ़ा सारी दुनिया गया होगा पर वो मेरे नाल ही गई है, हर वारी नाल गई है। तुसीं भी देखिया उत्थे मेरे नाल ही सी। वो मेरे बाहर भी जितने सुख साधन मैनू दे सकती है, जदों थम नाल होवे एक दूजे दा ते बंदा उन्ना ही चाह नाल उन्ना ही होर जोरा शोरा नाल सेवा कर सकदा। जिथे मर्जी होवां मैं ये महसूस करदा कि मैं अपने घर च हां, क्योंकि लोग इस बड़े इज्जत प्यार नाल रखदे। अजकल की विचार आंदे भी तुसीं किथे काम लगे हो, बच्चों नूं भी किथे लाता, ਕਿਹੜੇ ਕੰਮ ਤੇ ਲਾਤਾ, ਕਮਾਈਆਂ ਕਰਕੇ ਲੈ ਕੇ ਆਣ, ਹੁਣ ਤੱਕ ਕੋਠੀਆਂ ਪਾ ਲੈਣੀਆਂ ਸੀ, 2 ਗੱਡੀਆਂ ਹੋਰ ਲੈ ਲੈਣੀਆਂ ਸੀ, ਬੱਚਿਆਂ ਲਈ ਕੁਝ ਬੈਂਕ ਡਿਪੋਜ਼ਿਟ ਹੋ ਜਾਣਾ ਸੀ। ਇਹ ਗੱਲ ਠੀਕ ਹੈ ਤੁਹਾਡੀ, ਦੁਨੀਆ ਤਾਂ ਇਹੀ ਹੈ ਕਿਉਂਕਿ ਹਰ ਬੰਦਾ ਮਟੀਰੀਅਲਿਸਟਿਕ ਸੋਚ ਵਿੱਚ ਹੈ। ਔਰ ਲੁਧਿਆਣਾ ਤੇ ਫਲੋਟਿੰਗ ਔਨ ਮਨੀ, ਲੁਧਿਆਣੇ ਵੀ ਤੇ ਸਭ ਤੋਂ ਵੱਧ ਹੈ। ਲੇਕਿਨ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਿ ਸਤਿਗੁਰ ਤੇ ਪਤਾ ਨਹੀਂ ਇਹਨਾਂ ਦੇ ਮਨ 'ਚ ਕਿਤਨੀ ਸ਼ਾਂਤੀ ਪਾ ਕੇ ਇਹਨਾਂ ਨੂੰ ਇਸ ਸੰਸਾਰ 'ਚ ਭੇਜਿਆ ਕਿ ਨਾ ਇਹ ਤੇ ਨਾ ਇਹਨਾਂ ਦੀ ਧਰਮ ਪਤਨੀਆਂ ਤੇ ਨਾ ਹੀ ਅੱਗੋਂ ਇਹਨਾਂ ਦੇ ਬੱਚੇ, ਉਹਨਾਂ ਨੂੰ कोई दुनियावी चीज़ों नाल कोई इंटरस्ट नहीं। सारे ने पाठ करना है, वाहिगुरू का नाम लेना है, किसी यात्रा ते जाना तो सानू गोल्डन टैंपल लै चलो, सानू फलानी थां ते लै चलो, सानू गुरुद्वारे ते। बिजनेस तौर ते सुखिंदरपाल सिंह जी, डॉक्टर रमिंदरदीप सिंह जी की चला रहे हो नाल? साडा जी साइकिल दा सैडल दा बिजनेस है, साइकिल दी सीट बनदी है साडी जी, ते असीं सारी
ਅਸੀਂ ਉਹਦੀ ਸਪਲਾਈ ਕਰਦੇ ਹਾਂ ਜੀ। ਅੱਛਾ, ਬਾਕੀ ਅੱਛਾ। ਐਕਸਪੋਰਟ ਵੀ ਹੁੰਦੀ ਹੈ ਜੀ। ਠੀਕ ਹੈ। ਤੇ ਤੁਹਾਡੇ ਦੋਨਾਂ ਦਾ ਸੇਮ ਬਿਜ਼ਨਸ ਹੈ ਕਿ ਇਕੱਠੇ ਅਲੱਗ? ਜੀ, ਹਾਂਜੀ, ਇਹ ਦੋਨੋਂ ਹਾਂਜੀ, ਇਕੱਠੇ ਇਕੱਠੇ। ਜੀ, ਜੀ। ਲਿਟਰੇਚਰ ਪਾਰਟ ਤੇ ਤੁਹਾਡੀ ਸੇਵਾ ਦੇ ਪਾਰਟ ਤੇ ਆਵਾਂਗੇ। ਜਿਵੇਂ ਇਹ ਹਰਮੰਦਰ ਦਰਸ਼ਨ ਕਿਤਾਬ ਹੈ, ਜੀ ਜੀ ਐਵੇਂ ਹੀ ਐਕਸੀਲੈਂਸ ਇਨ Oh, ਸਿੱਖੀਜ਼ਮ yes. ਬੜੀ ਵੱਡੀ ਬਹੁਤ ਦੇਣ ਵੱਡੀ ਤੁਹਾਡੀ ਹੈਗੀ, ਕਿਤਾਬ। ਬੜੀ ਅੱਛੀ ਤੁਸੀਂ ਕਿਤਾਬ ਲਿਖੀ ਜਿਸ 'ਚ ਸਾਰੇ ਦੁਨੀਆ ਦੇ ਜਿੰਨੇ ਅੱਛੇ ਸਕਾਲਰ ਹੋਏ ਨੇ ਜਾਂ ਅੱਛੇ ਪੋਸਟਾਂ ਤੇ ਬੰਦੇ ਰਹੇ ਨੇ, ਉਹਨਾਂ ਦੇ ਸਿੱਖੀਜ਼ਮ ਬਾਰੇ ਵਿਚਾਰ ਜਿਹੜੇ ਤੁਸੀਂ ਉਹ ਬਿਲਕੁਲ ਲਿਖੇ ਨੇ। ਇਹ ਬਹੁਤ ਹਾਂਜੀ। ਇਹੋ ਜਿਹੀ ਕਿਤਾਬ ਹੈ ਕਿ ਮੈਨੂੰ ਇੱਕ ਵਾਰੀ ਆਫਰ ਕੀਤੀ ਗਈ ਕਿ ਤੂੰ ਇਹ ਕਿਤਾਬ ਜਿਹੜੀ ਲਿਖੀ ਹੈ ਗੈਰ ਸਿੱਖਾਂ ਦੇ ਅਨੁਮਾਨ ਸਿੱਖੀ ਮਹਾਨ, ਇਹ ਲੰਡਨ ਦੀ ਗੱਲ ਹੈ, ਅਗਰ ਤੂੰ ਇਹ ਕਿਤਾਬ ਲਿਖ ਦੇ ਕਿ ਗੈਰ ਮੁਸਲਿਮ ਕੇ ਅਨੁਮਾਨ ਇਸਲਾਮ ਮਹਾਨ, ਤਾਂ ਅਸੀਂ ਤੇਰੇ ਵਜ਼ਨ ਦਾ ਸੋਨਾ ਚਾਹੇ ਇੰਗਲੈਂਡ ਰਖਾ ਲੈ, ਸਕਾਟਲੈਂਡ ਰਖਾ ਲੈ, ਸਿੰਗਾਪੁਰ ਰਖਾ ਲੈ ਜਾਂ ਇੰਡੀਆ 'ਚ ਰਖਵਾ ਲੈ, ਅਸੀਂ ਇਤਨਾ ਸੋਨਾ ਤੈਨੂੰ ਅੱਜ ਦੇਣ ਨੂੰ ਤਿਆਰ ਹਾਂ, ਕਿਤਾਬ ਸਾਨੂੰ 5 ਸਾਲ ਬਾਅਦ ਲਿਖ ਕੇ ਦੇ ਦੇਈਂ। ਮੈਂ ਕਿਹਾ ਐਡੀ ਤੁਹਾਨੂੰ ਕੀ ਉਸ 'ਚ ਚੰਗੀ ਲੱਗੀ? ਕਹਿੰਦੇ ਇਹ ਕਿਤਾਬ ਹਿਊਮਨਲੀ ਪੋਸੀਬਲ ਨਹੀਂ ਹੋ ਸਕਦੀ ਕਿਸੇ ਬੰਦੇ ਦੀ ਲਿਖਣੀ, ਔਰ ਇਹਦੇ ਤੇ ਯੂਨੀਵਰਸਿਟੀਆਂ ਦੇ ਦਾਖੇ ਲੱਗ ਸਕਦੇ ਨੇ, ਤੇ ਤੂੰ ਇਕੱਲੇ ਬੰਦੇ ਨੇ ਲਿਖਤੀ ਹੈ। ਮੈਂ ਕਿਹਾ ਵੀ ਮੈਂ ਹੁਣ ਇਸ ਤਰ੍ਹਾਂ ਜਦੋਂ ਇਹ ਲਿਖਤੀ ਕਿ ਸਿੱਖੀ ਮਹਾਨ, ਤਾਂ ਹੁਣ ਮੈਂ ਆਪਣੇ ਇਸੇ ਹੱਥ ਨਾਲ ਲਿਖਾਂਗੇ ਇਸਲਾਮ ਮਹਾਨ, ਤੇ ਇਹ ਤਾਂ ਵਪਾਰ ਹੋ ਗਿਆ। ਫਿਰ ਤਾਂ ਮੈਂ ਸਰੂਪ ਸਿੰਘ ਬੇਈਮਾਨ ਹੋ ਗਿਆ। ਮੈਂ ਆਪਣੇ ਗੁਰੂ ਅੱਗੇ ਕਮਿਟਡ ਹਾਂ, ਮੈਂ ਤੁਹਾਡੀ ਕਿਤਾਬ ਨਹੀਂ ਲਿਖ ਸਕਦਾ। ਹਾਂ, ਅਗਲਾ ਜਨਮ ਜੇ ਅਗਰ ਮੇਰਾ ਕਿਸੇ ਹੋਰ ਪਾਸੇ ਹੋ ਗਿਆ, ਤੁਹਾਡੇ ਵੱਲ ਹੋ ਗਿਆ, ਲਿਖਦੇ ਹੋ। ਮੈਂ ਕਿਹਾ ਪਰ ਤੁਸੀਂ ਮੈਨੂੰ ਕਿਉਂ ਚੁਣਦੇ ਹੋ ਇਸ ਗੱਲ 'ਚ? ਕਿਸੇ ਮੁਸਲਮਾਨ ਸਕਾਲਰ ਨੂੰ ਕਹੋ। ਕਹਿੰਦਾ ਅਸੀਂ ਬਹੁਤ ਵੱਡੀ ਗੱਲ ਕੀਤੀ ਹੈ। ਉਹ ਕਹਿੰਦੇ ਵੀ 100 ਸਕਾਲਰ ਨੂੰ ਲਾ ਦਈਏ ਤੇ ਸ਼ਾਇਦ 50 ਸਾਲ 'ਚ ਕਿਤਾਬ ਨਾ ਤਿਆਰ ਹੋ ਸਕੇ, ਪਰ ਉਸ ਬੰਦੇ ਨੇ ਜਦੋਂ ਇਤਨੀ ਮਿਹਨਤ ਕੀਤੀ ਹੈ ਆਪਣੇ ਧਰਮ ਦੀ ਗੱਲਾਂ ਕੱਢਣ ਵਾਸਤੇ, ਤਾਂ ਉਸ ਦੇ ਸਾਹਮਣੇ ਇਸਲਾਮ ਦੇ ਨੁਕਤੇ ਆਏ ਹੋਣਗੇ ਜਿਹੜੇ ਉਸਨੇ ਛੱਡਤੇ। ਪਰ ਜੇ ਅਸੀਂ ਉਸ ਵੇਲੇ ਨੂੰ ਬੇਨਤੀ ਕਰੀਏ ਵੀ ਹੁਣ ਤੂੰ ਉਹਨਾਂ ਹਵਾਲਿਆਂ ਵਿੱਚ ਇਸਲਾਮ ਦੇ ਚੰਗੇ ਹਵਾਲੇ ਲੱਭ ਦੇ, ਤਾਂ ਉਹ ਸਾਨੂੰ ਜਲਦੀ ਲੱਭ ਕੇ ਦੇ ਦੇਗਾ। ਇਸ ਵਾਸਤੇ ਅਸੀਂ ਤੁਹਾਨੂੰ ਕੰਟੈਕਟ ਕਰ ਰਹੇ ਹਾਂ। ਮੈਂ ਕਿਹਾ ਤੁਹਾਡੀ ਗੱਲ ਠੀਕ ਹੈ, ਮੇਰੇ ਕੋਲ ਇਸਲਾਮ ਦੇ ਵੀ ਬਹੁਤ ਪੁਆਇੰਟਸ ਹੈਗੇ, ਲੇਕਿਨ ਮੈਂ ਕੰਪੈਰੇਟਿਵ ਸਟੱਡੀ 'ਚ ਨਹੀਂ ਪੈਣਾ ਚਾਹੁੰਦਾ। ਬਹੁਤ ਅੱਛਾ ਜੀ। ਕੇਸ ਪ੍ਰਸੰਗ ਇੱਕ ਬੜੀ ਅੱਛੀ ਕਿਤਾਬ ਆਈ, ਹੇਅਰ ਪਾਵਰ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਰੱਖਿਆ ਹੇਅਰ ਪਾਵਰ। ਤੁਸੀਂ ਇਹ ਚੀਜ਼ਾਂ ਸਾਰੀਆਂ ਪੜ੍ਹ ਗਿਆ, ਮੈਂ ਮਹਿਸੂਸ ਕਰਦਾ। ਦੱਸੋ ਜੀ ਇਸ ਦਾ ਜੋ ਹੁਣੇ ਜ਼ਿਕਰ ਹੋ ਰਿਹਾ ਸੀ ਜੀ ਵੀ ਬੜੀ ਮਿਹਨਤ ਨਾਲ ਇਹ ਕਿਤਾਬ ਲਿਖੀ ਹੈ, ਔਰ ਐਕਸੀਲੈਂਸ ਮਿਹਨਤ ਦਾ ਤਾਂ ਇਹ ਹਾਲ ਹੈ ਵੀ ਇਹ ਰਾਤੀ 10 ਵਜੇ ਬੈਠਦੇ ਨੇ ਕੰਮ ਕਰਨ ਜੀ, ਤੇ ਜਿੰਨੀ ਦੇਰ ਸਵੇਰੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਸ਼ੁਰੂ ਨਹੀਂ ਹੁੰਦਾ ਤਦ ਤੱਕ ਇਹਨਾਂ ਦਾ ਪੈਨ ਚੱਲਦਾ ਰਹਿੰਦਾ ਹੈ। ਔਰ ਜਦੋਂ ਅਸੀਂ ਸਵੇਰੇ ਆ ਕੇ ਕਈ ਵਾਰੀ ਦੇਖਦੇ ਹਾਂ ਵੀ ਜੋ ਇਹਨਾਂ ਨੇ ਰਾਤ ਨੂੰ ਕੀਤਾ ਤਾਂ ਸਿਰ ਝੁਕ ਜਾਂਦਾ ਇਹਨਾਂ ਦੇ ਅੱਗੇ, ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਔਰ ਇਹਨਾਂ ਨੇ ਆਪਣੀ ਸਾਰੀ ਲਾਈਫ ਡੈਡੀਕੇਟ ਕਰਤੀ ਹੈ ਹਿਊਮੈਨਿਟੀ ਵਾਸਤੇ, ਔਰ ਮਨੁੱਖਤਾ ਨੂੰ ਪਿਆਰ ਕਰਦੇ ਨੇ, ਗੁਰਬਾਣੀ ਨਾਲ ਪਿਆਰ ਕਰਦੇ ਨੇ, ਹਰ ਵੇਲੇ ਗੁਰੂ ਗ੍ਰੰਥ ਸਾਹਿਬ ਬਾਰੇ ਸੋਚਣਾ, ਬੋਲਣਾ, ਲਿਖਣਾ, ਔਰ ਸਾਨੂੰ ਵੀ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਦਾ, ਔਰ ਬੜੀ ਖੁਸ਼ਕਿਸਮਤੀ ਹੈ ਵੀ ਅਸੀਂ ਇਹਨਾਂ ਨਾਲ ਰਿਲੇਟਡ ਹਾਂ। ਜਿਹੜੇ ਅੱਛੇ ਟਾਈਟਲਸ ਜੋ ਮੇਰੇ ਚੇਤੇ ਹੈਗੇ, ਜਿਵੇਂ ਜੀ। ਪ੍ਰੀਚਾ ਸ੍ਰੀ ਗੁਰੂ ਗ੍ਰੰਥ ਸਾਹਿਬ, ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੰਨੀ ਡਿਟੇਲਡ ਦੇ ਵਿੱਚ ਸਟੱਡੀ, ਵੀ ਜਿਹੜਾ ਬੰਦੇ ਨੇ ਕੋਈ ਕਿਤਾਬ ਜਾਂ ਕੋਈ ਸਿਨੋਪਸਿਸ ਲੈਣਾ ਗੁਰੂ ਗ੍ਰੰਥ ਸਾਹਿਬ ਦਾ, ਤੁਹਾਡੀ ਕਿਤਾਬ ਪੜ੍ਹ ਲੇ ਤੇ ਉਸ ਨੂੰ ਦਰਦ ਸਾਹਿਬ ਇਹਦੇ ਬਾਰੇ ਗੱਲ ਇਵੇਂ ਚੱਲੀ ਕਿ ਮੈਂ ਇੱਕ ਵਾਰੀ ਮਦਰਾਸ ਆਪਣੇ ਭਤੀਜੇ ਦੇ ਆਪਰੇਸ਼ਨ ਕਰਾਉਣ ਵਾਸਤੇ ਗਿਆ, ਤਾਂ ਉੱਥੇ ਮੈਂ ਹਸਪਤਾਲ 'ਚੋਂ ਆ ਰਿਹਾ ਸਾਂ ਗੁਰਦੁਆਰਾ ਸਾਹਿਬ ਵੱਲ, ਤੇ ਮੈਨੂੰ ਪੱਥਰ ਮਾਰਨੇ ਸ਼ੁਰੂ ਕਰਤੇ ਸੜਕ ਤੇ। ਮੈਂ ਦੌੜ ਕੇ ਅੰਦਰ ਵੜ ਗਿਆ ਇੱਕ ਦੁਕਾਨ ਤੇ, ਉਹ ਮੇਰੇ ਪਿੱਛੇ ਆ ਗਏ। ਮੈਂ ਕਿਹਾ ਕੀ ਮੇਰੇ ਕੋਲ ਕੀ ਹੋ ਗਿਆ ਕਿ ਤੁਸੀਂ ਮੈਨੂੰ ਮਾਰ ਰਹੇ ਹੋ? ਕਹਿੰਦਾ ਪੰਜਾਬ 'ਚ ਤੁਸੀਂ ਸਾਡਾ ਬੰਦਾ ਮਾਰਤਾ, ਉਹਦੇ ਬਦਲੇ ਤੁਹਾਨੂੰ ਮਾਰਨਾ। ਗੱਲਬਾਤ ਚੱਲੀ ਸਾਰੀ। ਮੈਂ ਕਿਹਾ ਹੁਣ ਤੁਸੀਂ ਜਾ ਕਿੱਥੇ ਰਹੇ ਸੀ? ਮੈਂ ਤਾਂ ਵੈਸੇ ਮਿਲ ਗਿਆ, ਤੁਸੀਂ ਕਿੱਥੇ ਜਾ ਰਹੇ ਸੀ? ਕਹਿੰਦੇ ਸੀ ਤੁਹਾਡੇ ਗੁਰਦੁਆਰੇ ਜਾ ਰਹੇ ਸੀ, ਗੁਰਦੁਆਰੇ ਨੂੰ ਅੱਗ ਲਾਉਣੀ ਹੈ। ਮੈਂ ਕਿਹਾ ਯਾਰ ਤੁਸੀਂ ਚਲੋ, ਮੈਂ ਤੁਹਾਡੇ ਨਾਲ ਚੱਲਦਾ, ਸਭ ਤੋਂ ਪਹਿਲੇ ਅੱਗ ਮੈਂ ਲਾਵਾਂਗਾ। ਕਹਿੰਦਾ ਤੈਨੂੰ ਕੀ ਉਹਦੇ 'ਚ? ਮੈਂ ਕਿਹਾ ਅੱਜ ਮੇਰੇ ਅੰਦਰ ਵੀ ਬਦਲੇ ਦੀ ਭਾਵਨਾ ਜਾਗ ਪਈ ਹੈ। ਜਿਸ ਗੁਰੂ ਦੀ ਗ੍ਰੰਥ ਸਾਹਿਬ ਨੂੰ ਤੁਸੀਂ ਇਹ ਬੇਦਬੀ ਕਰਨਾ ਚਾਹੁੰਦੇ ਹੋ, ਉਸ ਵਿੱਚ 6 ਸਿੱਖ ਗੁਰੂ ਸਾਹਿਬਾਨ ਦੀ ਬਾਣੀਆਂ, ਬਾਕੀ 30 ਤੁਹਾਡੇ ਬੰਦੇ। ਤੁਹਾਨੂੰ ਇਸ ਗੱਲ ਦਾ ਸ਼ਾਇਦ ਅਹਿਸਾਸ ਨਹੀਂ। ਉਹ ਕਹਿੰਦਾ ਸਾਡੇ ਉੱਥੇ ਕਿੱਥੇ ਆ ਗਏ? ਜਦੋਂ ਮੈਂ ਉਹਨੂੰ ਕੁਝ ਦੱਸਿਆ, ਮੈਂ ਕਿਹਾ ਚਲੋ ਤੁਸੀਂ ਗੁਰਦੁਆਰਾ ਸਾਹਿਬ, ਮੈਂ ਤੁਹਾਨੂੰ ਪ੍ਰਤੱਖ ਦਿਖਾਵਾਂਗਾ ਵੀ ਉਸ 'ਚ ਕੀ ਤੁਹਾਡੀ ਕੀ ਕੰਟਰੀਬਿਊਸ਼ਨ ਹੈ, ਸਾਡੀ ਕੀ ਕੰਟਰੀਬਿਊਸ਼ਨ ਹੈ। ਇੱਕ ਯੂਨੀਵਰਸਲ ਗੁਰੂ ਆਫ ਹਿਊਮਨ ਰੇਸ ਨੂੰ ਤੁਸੀਂ ਸਿਰਫ ਸਾਡਾ ਸਮਝ ਕੇ ਆਪ ਪਰੇ ਹੋ ਰਹੇ ਹੋ। ਇਸ ਠੀਕ ਹੈ, ਸਾਡਾ ਵੀ ਕਸੂਰ ਹੈ, ਅਸੀਂ ਦੱਸ ਨਹੀਂ ਸਕੇ, ਪਰ ਤੁਹਾਡਾ ਵੀ ਕਸੂਰ ਹੋਏਗਾ ਜੇ ਤੁਸੀਂ ਇਹੋ ਜਿਹੀ ਕੋਈ ਜ਼ਿਆਦਤੀ ਕੀਤੀ। ਮੇਰੇ ਨਾਲ ਉਹ ਆਏ ਗੁਰਦੁਆਰਾ ਸਾਹਿਬ 'ਚ, ਭਾਈ ਸਾਹਿਬ ਟਹਿਲ ਰਹੇ ਸੀ। ਮੈਂ ਉਹਨੂੰ ਕਿਹਾ ਪੰਜਾਬੀ 'ਚ ਕੋਈ ਬਹੁਤ ਸਮੱਸਿਆ ਹੈ, ਇਹ ਬਹੁਤ ਦੁਖੀ ਨੇ, ਤੇ ਤੂੰ ਹੁਕਮਨਾਮਾ ਲੈ। ਹੁਕਮਨਾਮਾ ਲਿਆ। ਬਾਈ ਚਾਂਸ ਕਬੀਰ ਸਾਹਿਬ ਦਾ ਹੁਕਮਨਾਮਾ ਆਇਆ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪੰਜਾਬੀ ਨਹੀਂ ਆਉਂਦੀ, ਹਿੰਦੀ ਤੁਸੀਂ ਸਿੱਖੀ ਨਹੀਂ, ਤਾਮਿਲ ਸਾਨੂੰ ਨਹੀਂ ਆਉਂਦੀ, ਪਰ ਇੰਗਲਿਸ਼ 'ਚ ਮੈਂ ਤੁਹਾਨੂੰ ਦੱਸਦਾ, ਇੱਕ ਕਬੀਰ ਲਫ਼ਜ਼ ਤਾਂ ਸੁਣ ਸਕਦੇ ਹੋ। ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਤੁਸੀਂ 2-3 ਵਾਰੀ ਪੰਕਤੀ ਪੜ੍ਹੋ ਜਿਸ 'ਚ ਕਬੀਰ ਸਾਹਿਬ ਦਾ ਜ਼ਿਕਰ ਹੈ।
ਮੈਂ ਕਿਹਾ ਕਬੀਰ ਦੱਸੋ ਕੌਣ। ਜਦੋਂ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਕਬੀਰ ਸਾਹਿਬ, ਭਗਤ ਰਵਿਦਾਸ, ਨਾਮਦੇਵ, ਇਸ 15 ਭਗਤ ਜਿਹੜੇ ਸਾਰੇ ਇੰਡੀਆ ਦੇ ਫੈਲੇ ਹੋਏ 12ਵੀਂ 13ਵੀਂ 15ਵੀਂ 17ਵੀਂ ਸਦੀ ਦੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਨੇ ਕਿਵੇਂ ਕਹਿ ਸਕਦੇ ਹੋ ਵੀ ਇਹ ਸਿਰਫ ਸਿੱਖਾਂ ਦਾ, ਤਾਂ ਅਸੀਂ ਜੋ ਚਾਹੇ ਕਰ ਲਈਏ ਕਰੋ। ਅਗਰ ਆਪਣੇ ਪਿਓ ਨੂੰ ਤੁਸੀਂ ਆਪ ਨੁਕਸਾਨ ਬਚਾਉਣਾ ਚਾਹੁੰਦੇ ਹੋ ਤੇ ਇਸ ਤੋਂ ਵੱਡੀ ਤਾਂ ਹੋਰ ਕਤਲ ਨਹੀਂ ਹੋਏਗੀ। ਇਹ ਗੁਰੂ ਤਾਂ ਸਾਨੂੰ ਸਭ ਨੂੰ ਸਿੱਖਿਆ ਦਿੰਦਾ ਹੈ, ਤੇ ਇੱਕ ਪਾਰਲੀਮੈਂਟ ਲੱਗੀ ਹੈ ਜਿਹੜੀ ਸਾਨੂੰ ਸੱਚ ਦਾ, ਨੇਕੀ ਦਾ, ਪਿਆਰ ਦਾ ਇਹੋ ਜਿਹਾ ਸਬਕ ਦਿਖਦੀ ਹੈ ਕਿ ਸਰਬੱਤ ਦਾ ਭਲਾ ਚਾਹੁੰਦੀ ਹੈ। ਸਾਡੇ ਕੋਲ ਲੈਂਦੇ ਕੁਛ ਨਹੀਂ ਔਰ ਦੇ ਦੇ ਸਾਨੂੰ ਸਭ ਕੁਛ ਨਹੀਂ। ਇਹ ਜੋ 36 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਔਰ ਜੋ ਕੁਝ ਉਹਨਾਂ ਨੇ ਸੁਣਿਆ ਉਸ ਤੋਂ ਬਾਅਦ ਅਸੀਂ ਕਿਹਾ ਤੁਸੀਂ ਲੰਗਰ ਛਕੋ। ਮੈਂ ਕਿਹਾ ਹੁਣ ਤੁਹਾਡੇ ਵਾਸਤੇ ਸਮੱਸਿਆ ਖੜੀ ਹੋਏਗੀ, ਅਸੀਂ ਤਾਂ ਬਰਾਬਰੀ ਦੇ ਅਹਿਸਾਸ ਨਾਲ ਹਰ ਕੋਈ ਨੂੰ ਲੰਗਰ ਛਕਾਉਂਦੇ ਹਾਂ, ਪਰ ਹੁਣ ਤੁਸੀਂ ਕਹਿੰਦੇ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਉੱਚੀ ਜਾਤ ਹੈ, ਕੋਈ ਛੋਟੀ ਜਾਤ ਹੈ, ਅਸੀਂ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦੇ। ਔਰ ਮੈਂ ਕਿਹਾ ਸਾਡੇ ਵਾਸਤੇ ਸਭ ਬਰਾਬਰ। ਪਰ ਜੇ ਤੁਸੀਂ ਫਿਰ ਵੀ ਚਾਹੋ, ਜਿਹੜਾ ਤੁਸੀਂ ਸਮਝਦੇ ਹੋ ਵੀ ਸਭ ਤੋਂ ਕਮਜ਼ੋਰ ਆਦਮੀ ਹੈ, ਮੈਂ ਉਸ ਦੀ ਥਾਲੀ 'ਚ ਬੈਠ ਕੇ ਲੰਗਰ ਛਕਦਾ, ਮੇਰੇ ਗੁਰੂ ਦਾ ਇਹ ਹੁਕਮ ਹੈ, ਤੇ ਬਿਠਾ ਲਓ ਮੈਨੂੰ। ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਦੇਖੀਆਂ, ਸਭ ਨੇ ਉੱਥੇ ਸਜਦੇ ਕੀਤੇ, ਔਰ ਉਹਨਾਂ ਨੇ ਅਖੀਰ ਤੇ ਮੈਨੂੰ ਇਹ ਗੱਲ ਕਹੀ, ਅੱਜ ਤੋਂ ਬਾਅਦ ਅਸੀਂ ਜਦ ਵੀ ਗੁਰਦੁਆਰਾ ਸਾਹਿਬ ਦੇ ਅੱਗੋਂ ਲੰਘਾਂਗੇ ਰੁਕ ਕੇ ਇੱਥੇ ਸਜਦਾ ਕਰਕੇ ਜਾਵਾਂਗੇ ਕਿ ਸਾਡੇ ਪਿਓ ਦਾ ਸਥਾਨ ਹੈ, ਸਾਡੇ ਰੱਬ ਦਾ ਸਥਾਨ ਹੈ। ਸਾਰੀ ਦੁਨੀਆ 'ਚ ਅਸੀਂ ਫ੍ਰੀ ਵੰਡੀ। ਇੰਗਲਿਸ਼ ਦੇ ਵਿੱਚ ਵੀ ਪਹਿਲੇ ਤਾਂ ਅਸੀਂ ਪੰਜਾਬੀ 'ਚ ਛਾਪੀ, ਉਸ ਤੋਂ ਬਾਅਦ ਨਾਲ ਹੀ ਇੰਗਲਿਸ਼ ਛਾਪਦੀ। ਹੋਰ ਕਿੰਨੀਆਂ ਭਾਸ਼ਾਵਾਂ 'ਚ ਇਹ ਕਿਤਾਬ ਹੈ? ਇਹ ਵੀ ਤਿੰਨਾਂ 'ਚ, ਇੰਗਲਿਸ਼, ਹਿੰਦੀ, ਪੰਜਾਬੀ 'ਚ। ਤੁਸੀਂ ਕੁਝ ਕਿਤਾਬਾਂ ਜਰਮਨ, ਡੱਚ ਤੁਸੀਂ ਕਹਿ ਰਹੇ ਸੀ, ਉਹਨਾਂ 'ਚ ਵੀ ਲਿਖਾ ਕਈ ਕਿਤਾਬਾਂ, ਜਿਸ ਹੁਣ ਸਾਡੀ ਫ੍ਰੈਂਚ ਵਿੱਚ ਕਿਤਾਬਾਂ ਹੈਗੀਆਂ, ਸਾਡੀ ਜਰਮਨ 'ਚ ਕਿਤਾਬਾਂ ਹੈਗੀਆਂ, ਸਾਡੀਆਂ ਇਟਾਲੀਅਨ ਵਿੱਚ। ਇਹ ਫਿਰ ਟ੍ਰਾਂਸਲੇਸ਼ਨ ਕੌਣ ਕਰ ਰਿਹਾ ਹੈ, ਜਾਂ ਉਹ ਆਪ ਕਰ ਰਹੇ ਹੋ? ਇਟਲੀ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ। ਮੈਨੂੰ 2 ਸਾਲ ਪਹਿਲੇ ਇਟਲੀ 'ਚ ਮਿਲਣ ਆਏ, ਇਟਲੀ ਦੇ ਸਿੰਘ ਮੈਨੂੰ ਲੰਡਨ 'ਚ ਮਿਲਣ ਆਏ ਕਿ ਅਸੀਂ ਬਹੁਤ ਵਿਪਤਾ 'ਚ ਹਾਂ, ਤੁਸੀਂ ਇਸ ਵਕਤ ਕੌਮ ਦੀ ਬੜੀ ਵੱਡੀ ਨੁਮਾਇੰਦਗੀ ਕਰ ਰਹੇ ਹੋ, ਸਾਨੂੰ ਦੱਸੋ ਸਾਡੀ ਸਮੱਸਿਆ ਦਾ ਕੋਈ ਹੱਲ ਤੁਹਾਡਾ ਕੋਈ ਹੈ? ਮੈਂ ਕਿਹਾ ਸਮੱਸਿਆ ਦੱਸੋ। ਕਹਿੰਦਾ ਅਸੀਂ ਜਦੋਂ ਨਗਰ ਕੀਰਤਨ ਕੱਢਦੇ ਹਾਂ ਤੇ ਜਿਹੜੇ ਬੇਸਿਕ ਇਟਾਲੀਅਨ ਲੋਕੀ ਨੇ ਉਹ ਸਾਨੂੰ ਬੜਾ ਕੂਰ ਕੇ ਦੇਖਦੇ ਨੇ, ਮਾੜਾ ਮਹਿਸੂਸ ਕਰਦੇ ਵੀ ਸਾਡੇ ਦੇਸ਼ 'ਚ ਆਏ ਹੁਣੇ ਉਛਲ ਕੇ ਖੜਕਾਉਂਦੇ ਫਿਰਦੇ ਨੇ, ਨਾਅਰੇ ਲਾਉਂਦੇ ਫਿਰਦੇ ਨੇ, ਉਹ ਇਰੀਟੇਟ ਫੀਲ ਕਰਦੇ। ਤੇ ਅਸੀਂ ਚਾਹੁੰਦੇ ਵੀ ਉਹ ਸਾਡੇ ਨਾਲ ਦੋਸਤੀ ਚਾਹਣ। ਮੈਂ ਕਿਹਾ ਫਿਰ ਤੁਸੀਂ ਇਸੇ ਕਰੋ, 2 ਕਿਤਾਬਾਂ ਲੈ ਜਾਓ, ਇੱਕ ਕੇਸ ਪ੍ਰਸੰਗ, ਕੇਸ ਗੁਰੂ ਦੀ ਮੌਤ, ਤੇ ਦੂਸਰੀ ਸਿੱਖ ਦਾ ਸਤਕਾਰ, ਦਸਤਾਰ। ਇਹ ਦੋਨੋਂ ਤੁਸੀਂ ਟ੍ਰਾਂਸਲੇਟ ਕਰਾਓ ਇਟਾਲੀਅਨ 'ਚ ਤੇ ਮੈਨੂੰ ਦਿਖਾਓ, ਤਾਂ ਕਿ ਮੈਂ ਤੁਹਾਨੂੰ ਗਾਈਡ ਕਰਦਾ ਰਹਾਂ। ਤੇ ਇੱਕ ਫਿਲਮ ਬਣਾਵਾਂਗੇ, ਉਹਦੇ 'ਚ ਮੈਂ ਉਹਨਾਂ ਨੂੰ ਗਾਈਡ ਕੀਤਾ ਵੀ ਸਿੱਖਾਂ ਨੇ ਇਟਲੀ ਔਰ ਯੂਰਪ ਵਿੱਚ ਆਪਣੀ ਕੀ ਕੰਟਰੀਬਿਊਸ਼ਨ ਕੀਤੀ ਹੈ ਜੀ। ਉਹ ਚੀਜ਼ਾਂ ਤਿਆਰ ਹੋਈਆਂ, ਉਹਨਾਂ ਨੇ 70,000 ਕਾਪੀ ਇੱਕੋ ਵਾਰੀ ਛਾਪ ਕੇ ਵੰਡੀ। ਔਰ ਦਰਦੀ ਸਾਹਿਬ, ਕਮਾਲ ਦੀ ਗੱਲ ਹੈ, ਇੱਕ ਨਗਰ ਕੀਰਤਨ ਦੀ ਵੰਡੀ, ਜਦੋਂ ਅਗਲਾ ਨਗਰ ਕੀਰਤਨ ਹੋਇਆ ਤੇ ਕਈ ਇਟਾਲੀਅਨ ਫੁੱਲ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਜਦਾ ਕਰ ਰਹੇ ਸਨ। ਬਟ ਤੁਹਾਨੂੰ ਸੇਵਾਦਾਰੇ ਕੌਮ ਦਾ ਅਵਾਰਡ ਉਹ SGPC ਨੇ ਮੈਨੂੰ ਦਿੱਤਾ, ਨਾਲ 5 ਲੱਖ ਰੁਪਇਆ ਦਿੱਤਾ ਉਹਨਾਂ। ਪੰਜਾਬ ਸਰਕਾਰ ਨੇ ਮੈਨੂੰ ਸ਼੍ਰੋਮਣੀ ਚੇਤਨਾ ਅਵਾਰਡ ਦਿੱਤਾ, ਨਾਲ 2.5 ਲੱਖ ਰੁਪਇਆ ਦਿੱਤਾ। ਹੋਰ ਬਸ ਹੁਣੇ ਹੀ ਨਿਊਯਾਰਕ 'ਚ ਮੈਨੂੰ 2-3 ਸੁਸਾਇਟੀਆਂ ਨੇ, ਹਾਲੇ ਕਿ ਇੱਕ ਹਿੰਦੂ ਸੁਸਾਇਟੀ ਸੀ, ਹਿੰਦੂ ਵਿਦਵਾਨਾਂ ਦੀ ਫੰਕਸ਼ਨ ਸੀ, ਉਹਨਾਂ ਨੂੰ ਪਤਾ ਲੱਗਾ ਵੀ ਸਿੱਖ ਸਕਾਲਰ ਆਇਆ ਇੱਥੇ ਕੋਈ, ਉਹ ਮੈਨੂੰ ਮਿਲਣ ਆਏ, ਰਿਕੁਐਸਟ ਕੀਤੀ, ਔਰ ਉਹਨਾਂ ਨੇ ਮੇਰਾ ਸਨਮਾਨ ਕੀਤਾ ਸੰਸਕ੍ਰਿਤੀ ਦੂਤ ਦੇ ਨਾਲ, ਤੇ ਨਾਲ 1.25 ਲੱਖ ਰੁਪਇਆ ਮੈਨੂੰ ਅਵਾਰਡ ਦਿੱਤਾ। ਇਸ ਤਰ੍ਹਾਂ ਕਈ ਸੰਸਥਾਵਾਂ ਨੇ ਮੈਨੂੰ ਇਹ ਅਵਾਰਡ ਦਿੱਤੇ। ਪੰਜਾਬੀ ਯੂਨੀਵਰਸਿਟੀ ਨੇ ਮੈਨੂੰ ਸਨਮਾਨ ਕੀਤਾ, ਲਾਈਫ ਟਾਈਮ ਅਚੀਵਮੈਂਟ ਅਵਾਰਡ ਬਾਦਲ ਸਾਹਿਬ ਨੇ ਦਿੱਤਾ। ਮਿਲਿਆ ਤੁਹਾਨੂੰ ਜੀ। ਤੁਸੀਂ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਚਲਾ ਰਹੇ ਹੋ ਜੀ। ਇਸ ਜਿੰਨਾ ਸਾਰਾ ਚਲਾ ਸਤਗੁਰ ਹੈ ਜਾਂ ਸਾਡੀ ਸੰਗਤ ਚਲਾ ਰਹੀ ਹੈ, ਨਹੀਂ ਸੰਗਤ ਕਾਮਧੇਨ ਹੈ। ਤੇ ਮੈਂ ਦੱਸ ਦਿਆਂ ਆਪਣੇ ਦਰਸ਼ਕਾਂ ਨੂੰ ਵੀ ਇਹ ਸਕਰੀਨ ਦੇ ਥੱਲੇ ਅਲੱਗ ਸ਼ਬਦ ਯੱਗ ਦਾ ਅਕਾਊਂਟ ਨੰਬਰ ਵੀ ਅਸੀਂ ਡਿਸਪਲੇ ਕਰ ਰਹੇ ਹਾਂ, ਤੇ ਡਾਕਟਰ ਅਲੱਗ ਦਾ ਵੀ ਟੈਲੀਫੋਨ ਨੰਬਰ, ਤੇ ਇਹਨਾਂ ਦੇ ਬੇਟੇ ਸਰਦਾਰ ਸੁਖਿੰਦਰਪਾਲ ਸਿੰਘ ਤੇ ਡਾਕਟਰ ਰਮਿੰਦਰਦੀਪ ਸਿੰਘ ਜੀ ਦਾ ਵੀ ਚੱਲ ਰਿਹਾ। ਤੇ ਤੁਸੀਂ ਜੇ ਕੋਈ ਯੋਗਦਾਨ ਪਾਣਾ ਚਾਹੁੰਦੇ ਹੋ ਇਸ ਸ਼ਬਦ ਦੇ ਲੰਗਰ ਦੇ ਵਿੱਚ, ਸ਼ਬਦ ਯੱਗ ਜੋ ਚਲਾ ਰਹੇ, ਤੇ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ, ਤੇ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਵੇਂ ਵੀ ਕੋਈ ਤੁਸੀਂ ਜਿਸ ਢੰਗ ਨਾਲ ਵੀ ਸੇਵਾ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ। ਡਾਕਟਰ ਸਾਹਿਬ, ਤੁਹਾਡਾ ਫੋਰਨ ਦੇ ਨਾਲ ਬੜਾ ਇਸ ਦੇ ਤਾਲੁਕਾਤ ਰਿਹਾ, ਨਵੇਂ ਤੁਸੀਂ ਟੈਕਨੋਲੋਜੀ ਨੂੰ ਵੀ ਜਾਣਦੇ ਹੋ। ਕੀ ਇਹ ਸਾਰੀਆਂ ਕਿਤਾਬਾਂ, ਇਹ ਸਾਰੇ ਟਾਈਟਲ ਕਿਸੇ ਵੈਬਸਾਈਟ ਤੇ ਮੌਜੂਦ ਨੇ, ਜਾਂ ਕਿਸੇ ਮੋਬਾਈਲ ਦੀ ਐਪ ਦੇ ਵਿੱਚ, ਜਾਂ ਆਈਫੋਨ ਦੀ, ਐਂਡਰੋਇਡ ਦੀ, ਵਿੰਡੋਜ਼ ਦੀ ਕਿਸੇ ਐਪ ਦੇ ਵਿੱਚ ਵੀ ਮੌਜੂਦ ਨੇ? ਇਹ ਸਾਰੀਆਂ ਕਿਤਾਬਾਂ ਦੇ ਬਾਰੇ ਜਾਣਕਾਰੀ ਸਾਡੀ ਵੈਬਸਾਈਟ ਬਣੀ ਹੋਈ ਹੈ, ਅਲੱਗ ਸ਼ਬਦ ਯੱਗ .org ਦੇ ਉੱਤੇ ਤੁਸੀਂ
ਦੇਖ ਸਕਦੇ ਹੋ ਇਹ ਸਾਈਟ ਦਾ ਨਾਮ ਥੱਲੇ ਵੀ ਸਕਰੀਨ ਦੇ ਉੱਤੇ ਵੀ ਡਿਸਪਲੇ ਹੋ ਰਿਹਾ ਤੁਸੀਂ ਉਹਦੇ ਉੱਪਰ ਉਹ ਸਾਰੀਆਂ ਕਿਤਾਬਾਂ ਦਾ ਜ਼ਿਕਰ ਹੈ, ਜੋ ਟਾਈਟਲ ਸਾਡੀਆਂ ਕਿਤਾਬਾਂ ਦੇ ਨੇ ਜੀ, ਤੇ ਥੋੜੀ ਬਹੁਤੀ ਉਹਦੇ ਬਾਰੇ ਜਾਣਕਾਰੀ ਵੀ ਹੈ ਵੀ ਜੇ ਹਰਮੰਦਰ ਦਰਸ਼ਨ ਦੀ ਕਿਤਾਬ ਹੈ ਇਹਦੇ ਵਿੱਚ ਕੀ ਹੈ। ਨਹੀਂ, ਇਹ ਡਾਊਨਲੋਡ ਵੀ ਕਰ ਸਕਦੇ ਨੇ ਨਹੀਂ, ਡਾਊਨਲੋਡ ਦੀ ਹਾਲੇ ਅਸੀਂ ਨਹੀਂ ਕੀਤੀ ਕਿਉਂਕਿ ਇਹੀ ਕੰਮ ਬੜਾ ਵੱਡਾ, ਅਸੀਂ ਛਪਵਾ ਕੇ ਇਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਬੜਾ ਔਖਾ ਕੰਮ ਹੈ ਜੀ, ਤੇ ਇਹਨਾਂ ਦੇ ਕੰਮ ਲਿਖਣ ਦਾ ਡਾਕਟਰ ਸਾਹਿਬ ਦਾ, ਛਪਵਾਉਣ ਦੀ ਕਾਰਵਾਈ ਮੇਰੀ ਮੈਂ ਹੈ। ਕਹਿ ਰਿਹਾ ਨਾ ਇਹ ਸੌਖਾ ਹੋ ਜਾਂਦਾ ਵੀ ਡਿਸਟ੍ਰੀਬਿਊਸ਼ਨ ਅੱਜ ਕੱਲ ਇੰਟਰਨੈਟ ਦੇ ਥਰੂ ਬਹੁਤ ਠੀਕ ਸੌਖੇ ਹੈ। ਹੋ ਸਾਡੇ ਇੱਕ ਦੋ ਬੜੇ ਹਾਰਡ ਐਕਸਪੀਰੀਅੰਸ ਇਸ ਬਾਰੇ ਸਾਡੀ ਕਿਤਾਬਾਂ ਵਿੱਚ ਲੋਕਾਂ ਨੇ ਕੁਝ ਗੱਲਾਂ ਗਲਤ ਪਾ ਕੇ ਵਿੱਚ ਸਾਡੇ ਨਾਂ ਉੱਤੇ ਜਦੋਂ ਵੰਡਤੀਆਂ ਤੇ ਸਾਨੂੰ ਉਸ 'ਚ ਬਹੁਤ ਵੱਡੀ ਹਰਾਸਮੈਂਟ ਹੋਈ। ਉਹਦੇ ਵਿੱਚੋਂ ਲੋਕੀ ਕੁਝ ਮੈਟਰ ਆਪਣੇ ਨਾਮ ਥੱਲੇ ਕੱਢ ਕੇ ਛਪਵਾ ਲੈਂਦੇ ਨੇ, ਜਿਵੇਂ ਸਾਨੂੰ ਕਈ ਟੈਲੀਫੋਨ USA ਕੈਨੇਡਾ ਅਮਰੀਕਾ ਤੋਂ ਆਉਂਦੀਆਂ ਨੇ। ਪਰ ਜੇ ਕਿਸੇ ਨੇ ਕਿਤਾਬ ਮੰਗਾਣੀ ਹੋਵੇ, ਪੜ੍ਹਨੀ ਹੋਵੇ, ਉਹ ਕਿਵੇਂ ਤੁਹਾਡੇ ਤੋਂ ਮੰਗਾ ਸਕਦਾ? ਉਹ ਸਾਨੂੰ ਟੈਲੀਫੋਨ ਕਰਦੇ ਨੇ, ਅਸੀਂ ਬਾਈ ਪੋਸਟ ਵੀ ਉਹਨਾਂ ਨੂੰ ਬੁੱਕਸ ਭੇਜ ਦਿੰਦੇ ਹਾਂ। ਅੱਛਾ, ਬਾਕੀ ਬਿਲਕੁਲ ਭੇਜ ਦਿੰਦੇ ਛਪਵਾਉਣ ਦੀ ਕਾਰਵਾਈ ਜਿਵੇਂ ਮੈਂ ਕਰਦਾ ਤੇ ਵੰਡਣ ਦੀ ਕਾਰਵਾਈ ਮੇਰੇ ਵੱਡੇ ਭਾਈ ਸਾਹਿਬ ਦੀ ਹੈ ਜੀ। ਸਾਡੀ ਮਤਲਬ 1000 ਕਿਤਾਬ ਅਸੀਂ ਤਕਰੀਬਨ ਰੋਜ਼ ਵੰਡਦੇ ਹਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ। ਹੁਣ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਕਿਹਾ ਵੀ 1000 ਕਿਤਾਬ ਪੜ੍ਹਦੇ ਹੋ, ਹੁਣ ਲਿਟਰੇਰੀ ਬੰਦਾ ਤਾਂ ਬੜਾ ਖੁਸ਼ ਹੁੰਦਾ ਕਿਤਾਬ ਦੇਖ ਕੇ, ਬਟ ਅੱਜ ਕੱਲ ਦਾ ਜਿਹੜਾ ਆਮ ਨੌਜਵਾਨ ਹੈ, ਆਮ ਬੱਚਾ ਹੈ, ਜਿਹਨੂੰ ਤੁਸੀਂ ਆਪਣੇ ਨਸ਼ਿਆਂ ਦੇ ਉੱਤੇ ਵੀ ਤੁਹਾਡੀਆਂ ਕਿਤਾਬਾਂ ਆਈਆਂ ਜਾਂ ਹਿਕਮਤ ਦੇ ਉੱਤੇ ਵੀ ਆਈਆਂ, ਤੁਸੀਂ ਕੋਈ ਨਾ ਕੋਈ ਲਿਟਰੇਚਰ ਦੇਣਾ ਚਾਹੋ। ਅੱਜ ਕੱਲ ਪੜ੍ਹਨ ਦਾ ਸ਼ੌਕ ਬਹੁਤ ਘਟ ਗਿਆ ਲੋਕਾਂ ਦੇ ਵਿੱਚ। ਉਹ ਕਹਿੰਦਾ ਉਹ ਪਹਿਲੇ ਹੀ ਦੇਖ ਜਾਂਦਾ ਇੰਨੀ ਵੱਡੀ ਕਿਤਾਬ ਦੇਖ ਕੇ ਡਰ ਤਾਂ ਨਹੀਂ ਜਾਂਦਾ, ਪਰ ਉਹਦੇ ਲਈ ਕੋਈ ਛੋਟੀਆਂ ਕੋਈ ਟਾਈਮ ਉਹਦੇ ਲਈ ਅਸੀਂ ਛੋਟੀਆਂ ਟਾਈਪ ਵੀ ਟਰੈਕਟ ਬਣਾਏ ਨੇ, ਪਾਕਟ ਸਾਈਜ਼ ਜਿਹੜੀ ਪਾਕਟ ਦੇ ਵਿੱਚ ਤੁਸੀਂ ਰੱਖੋ ਜੀ। ਪਰ ਕਿਤਾਬਾਂ ਦੇ ਬਾਰੇ ਫ੍ਰੀ ਦੇ ਹੋਣ ਦੇ ਸਾਡਾ ਐਕਸਪੀਰੀਅੰਸ ਇਹ ਹੈ ਵੀ ਚਾਹੇ ਕੋਈ ਸੱਜਣ ਇਹਨੂੰ ਪੜ੍ਹਦਾ ਨਹੀਂ ਪੜ੍ਹਦਾ ਉਹ ਲੈ ਲੈਂਦਾ ਸਾਡੇ ਕੋਲੋਂ ਜੀ, ਪਰ ਕਿਤਾਬ ਇਹ ਚੱਲ ਕੇ ਆਪਣੇ ਆਪ ਉੱਥੇ ਪਹੁੰਚ ਜਾਂਦੀ ਜਿੱਥੇ ਇਹਦੀ ਲੋੜ ਪੜ੍ਹਨ ਵਾਲੀ ਦੀ ਗੱਲ ਹੈ। ਸਾਨੂੰ ਕਈ ਜਗ੍ਹਾ ਤੇ ਇਹੋ ਜਿਹੇ ਟੈਲੀਫੋਨ ਆਉਂਦੇ ਨੇ, ਜਿਵੇਂ ਅਸੀਂ ਇਟਲੀ 'ਚ ਕੋਈ ਕਿਤਾਬ ਨਹੀਂ ਭੇਜੀ, ਉੱਥੋਂ ਟੈਲੀਫੋਨ ਆਏਗਾ ਵੀ ਸਾਨੂੰ ਤੁਹਾਡੀ ਕਿਤਾਬ ਮਿਲੀ, ਪਰ ਉਹ ਅਸੀਂ ਆਪ ਨਹੀਂ ਪਹੁੰਚਾਈ ਹੁੰਦੀ, ਉਹ ਇਦਾਂ ਹੀ ਸੰਗਤ ਦੇ ਥਰੂ ਹੀ ਪਹੁੰਚਦੀ ਹੈ। ਦਰਬਾਰ ਅਸੀਂ ਦਰਬਾਰ ਸਾਹਿਬ 'ਚ ਵੰਡ ਦਿੰਦੇ ਹਾਂ ਕਿਤਾਬਾਂ ਜਾ ਕੇ। ਸਰ ਸੁਖਿੰਦਰ ਸਿੰਘ ਮੁੰਡੇ ਹਫਤੇ 2 ਵਾਰ ਜਾਂਦੇ ਜੀ ਦਰਬਾਰ ਸਾਹਿਬ, ਅਸੀਂ ਕਿਤਾਬ ਪੜ੍ਹਦੇ, ਉੱਥੇ ਸਾਰੀ ਦੁਨੀਆ ਦੇ ਬੰਦੇ ਆਏ ਹੁੰਦੇ। ਬਿਲਕੁਲ। ਸਾਨੂੰ ਅਗਲੇ ਦਿਨ ਟੈਲੀਫੋਨ ਮਕਾਊ ਤੋਂ ਆਉਂਦੀ ਹੈ। ਸੰਗਤ ਦੇ ਵਿੱਚ ਕੋਈ ਵੀ ਸੱਜਣ ਆਉਂਦਾ ਸਾਡੇ ਕੋਲ ਨਾ ਨਹੀਂ ਆਉਂਦੀ, ਅਸੀਂ ਕਿਤਾਬ ਉਹਨਾਂ ਨੂੰ। ਹੋਰ ਛੋਟਾ ਜਿਹਾ ਕੁਐਸਚਨ ਹੈ, ਅੱਜ ਕੱਲ ਮਲਟੀਮੀਡੀਆ ਦਾ ਜ਼ਮਾਨਾ ਹੈ ਹਾਂਜੀ, ਤੇ ਬੱਚੇ ਅੱਜ ਕੱਲ ਬੜੇ ਹੀ ਟੀਵੀ ਤੇ ਐਸੇ ਪ੍ਰੋਗਰਾਮ ਦੇਖਦੇ ਨੇ ਜਿਵੇਂ ਹਨੂਮਾਨ ਜੀ ਦਾ ਹੈ ਜਾਂ ਕੋਈ ਭੀਮ ਜੀ ਦਾ ਹੈ ਜਾਂ ਕੋਈ ਗਣੇਸ਼ ਜੀ ਦਾ, ਉਹ ਬੜਾ ਉਧਰ ਅਟਰੈਕਟ ਹੋ ਰਹੇ ਨੇ। ਹਾਂਜੀ, ਤੇ ਕੋਈ ਐਸਾ ਲਿਟਰੇਚਰ ਵੀ ਡਿਵੈਲਪ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵੀ ਜੋ ਬੱਚਿਆਂ ਨੂੰ ਅਸੀਂ ਐਜ਼ ਅ ਕਾਮਿਕ ਟਾਈਪ ਜਾਂ ਐਜ਼ ਕੁਝ ਉਹਨਾਂ ਨੂੰ ਅਟਰੈਕਟ ਤੇ ਨਹੀਂ, ਅਸੀਂ ਆਪਣੀ ਗੱਲ ਨੂੰ ਬਹੁਤ ਸਲੀਕੇ ਨਾਲ ਤੇ ਸੰਜੀਦਗੀ ਨਾਲ ਕਰਦੇ ਹਾਂ। ਹਰਮੰਦਰ ਦਰਸ਼ਨ ਕਿਤਾਬ ਨੂੰ ਮੈਂ ਆਧਾਰ ਬਣਾ ਕੇ ਜੀ ਅਮਰੀਕਾ ਦੀ ਇੱਕ ਟੀਵੀ ਨੂੰ ਮੈਂ ਉਹਦੇ 52 ਐਪੀਸੋਡ ਰਿਕਾਰਡ ਕਰਵਾ ਕੇ ਆਇਆ ਜੀ। ਉਹ ਉੱਥੇ ਚੱਲ ਰਹੇ ਨੇ ਹਰ ਸੈਟਰਡੇ ਔਰ ਸੰਡੇ ਨੂੰ ਜੀ, ਔਰ ਜਿਹੜੇ ਦੁਨੀਆ ਦੇਖਦੀ ਹੈ ਉਹ ਇਹ ਮਹਿਸੂਸ ਕਰਦੀ ਹੈ ਕਿ ਹਾਏ ਰੱਬਾ ਅਸੀਂ ਕਿਸ ਵਕਤ ਉੱਡ ਕੇ ਹਰਿਮੰਦਰ ਸਾਹਿਬ ਪਹੁੰਚ ਜਾਈਏ। ਜੀ ਜੇ ਇੱਕ ਐਪੀਸੋਡ ਦੇਖਦੀ ਹੈ ਤਾਂ 52 ਐਪੀਸੋਡ। ਇਸ ਤਰ੍ਹਾਂ ਮੈਂ 26 ਐਪੀਸੋਡ ਲੰਡਨ ਰਿਕਾਰਡ ਕਰਵਾ ਕੇ ਆਇਆ। ਗੁਰੂ ਇਕਬਾਲ ਸਿੰਘ ਉਹਨਾਂ ਨੇ ਉਹਦੇ 15 ਐਪੀਸੋਡ ਉਸ ਹਰਿਮੰਦਰ ਦਰਸ਼ਨ ਕਿਤਾਬ ਦੇ ਗਾ ਕੇ ਵਿੱਚ ਹਵਾਲੇ ਦੇ ਕੇ ਵੀ ਡਾਕਟਰ ਸੂਰ ਸਿੰਘ ਅਲੱਗ ਦੀ ਕਿਤਾਬ ਤੇ ਆਧਾਰਿਤ ਇਹ ਗੱਲ ਮੈਂ ਕਰ ਰਿਹਾ, ਉਹਨਾਂ ਨੇ ਇਹ ਕਿਹਾ ਉਹ ਕਿਹਾ, ਤੇ ਸੰਗਤ ਉਹ ਜੈਕਾਰਿਆਂ ਨਾਲ ਹੀ ਉਹ ਸਾਰੀ ਇਨਫੋਰਮੇਸ਼ਨ ਰਿਸੀਵ ਕਰਦੀ ਹੈ। ਸਾਡਾ ਇਹ ਢੰਗ ਹੈ, ਪਰ ਉਹ ਕਾਮਿਕਸ ਵਗੈਰਾ ਕਰਨ ਵਾਲੇ ਉਹ ਵੀ ਕਰ ਸਕਦੇ ਨੇ, ਲੇਕਿਨ ਹਰ ਕੰਮ ਹਰ ਬੰਦਾ ਨਹੀਂ ਕਰ ਸਕਦਾ। ਨਹੀਂ, ਬਿਲਕੁਲ ਠੀਕ ਹੈ। ਤੁਸੀਂ ਦੇ ਵਾਸਤੇ ਛੋਟੀਆਂ ਪਾਕਟ ਸਾਈਜ਼ ਬੁੱਕਸ ਵੀ ਬਹੁਤ ਤਿਆਰ ਕੀਤੀਆਂ। ਉਹ ਅਸੀਂ 51 ਵਿਸ਼ਿਆਂ ਦੇ ਉੱਤੇ ਉਹ ਟਰੈਕਟ ਕਿੰਨੇ ਵਿਸ਼ੇ ਤੇ ਆਏ ਨੇ? ਕੋਈ ਵਿਸ਼ਾ ਛੱਡਿਆ ਨਹੀਂ ਅਸੀਂ ਜਿਹੜਾ ਜਿਸ 'ਚ ਅਸੀਂ ਨਾ ਛਾਪਿਆ ਹੋਵੇ। ਜਿਹੜੇ ਬੱਚਿਆਂ ਨਾਲ ਸੰਬੰਧਿਤ ਵੱਡਿਆਂ ਨਾਲ ਪਤਤ ਪੁਣਿਆ, ਨਸ਼ੇ ਬਾਰੇ ਹੈ, ਭਰੂਣ ਹੱਤਿਆ ਬਾਰੇ ਅਸੀਂ 8 ਲੱਖ ਕਿਤਾਬ ਬਣ ਚੁੱਕੇ ਹਾਂ। ਜਿਸ ਨੇ ਸਾਡੀ ਉਹ ਕਿਤਾਬ ਪੜ੍ਹੀ ਆ, ਅਣਜੰਮੀ ਬੱਚੀ ਕੁਝ ਕਹਿੰਦੀ ਹੈ, ਉਹ 200 ਬੰਦਾ ਐਸਾ ਆਇਆ ਜਿਹੜਾ ਮੇਰੇ ਅੱਗੇ ਰੋ ਗਏ ਨੇ, ਕਿਹਾ ਵੀ ਪਹਿਲੇ ਅਸੀਂ ਇਹ ਕੁਕਰਮ ਕੀਤਾ ਕਿ ਅਸੀਂ ਆਪਣੀ ਬੱਚੀ ਮਾਰੀ ਹੈ, ਹੁਣ ਤੁਹਾਡੇ ਕੋਲ ਅਰਦਾਸ ਕਰਵਾਉਣ ਆਇਆ ਵੀ ਤੁਹਾਨੂੰ ਇੱਕ ਅਰਦਾਸ ਕਰੋ ਕਿ ਸਾਡੇ ਘਰ ਬੱਚੀ ਜੰਮੇ। ਇਹ ਕਿਤਾਬ ਪੜ੍ਹਨ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਕਿਤਨਾ ਵੱਡਾ ਅਪਰਾਧ ਕੀਤਾ ਹੈ। ਸਮੇਂ ਦੀ ਘਾਟ ਹੋਣ ਕਰਕੇ ਮੈਂ ਆਪ ਜੀ ਤੋਂ ਇੱਥੇ ਹੀ ਮਾਫੀ ਮੰਗਦਾ ਤੇ ਇਜਾਜ਼ਤ ਦਿਓ। ਇੱਕ ਵਾਰ ਫਿਰ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ 'ਚ ਆਉਣ ਤੇ ਨਿੱਘਾ ਸਵਾਗਤ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।